ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 17ਵੀਂ ਤੇ ਪਦ ਪਹਿਲਾ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਵਿਚਾਰਨ ਜਾ ਰਹੇ ਹਾਂ। ਜਿਵੇਂ ਆਪਾਂ ਅਕਸਰ ਬੇਨਤੀ ਕਰਦੇ ਹਾਂ ਕਿ ਕੋਈ ਪ੍ਰਾਣੀ ਇਸ ਧਰਤੀ 'ਤੇ ਇੰਨਾ ਸਿਆਣਾ ਨਹੀਂ ਜਿਹੜਾ ਸੱਚੇ ਪਾਤਸ਼ਾਹ ਨੂੰ ਹੂੰ ਬਹੂ ਸਮਝ ਸਕੇ। ਸੱਚੇ ਪਾਤਸ਼ਾਹ ਦੀ ਇੰਨੀ ਡੂੰਘਾਈ ਦੇ ਵਿੱਚ ਕਹੀ ਹੋਈ ਗੱਲ ਨੂੰ ਆਪਣੇ ਮਨ ਦੇ ਵਿੱਚ ਸਮੋ ਸਕੇ। ਜਿੰਨੀ ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਓਨਾ ਹੀ ਪ੍ਰਾਣੀ ਗੇਨ ਕਰਦਾ ਹੈ, ਸੁਣਦਾ ਹੈ, ਵਿਚਾਰਦਾ ਹੈ ਤੇ ਬੋਲਦਾ ਹੈ। ਅਕਾਲ ਪੁਰਖ ਦੀ ਰਹਿਮਤ ਮਿਹਰ ਉੱਤੇ ਪ੍ਰਾਣੀ ਜਿੰਦਾ ਹੈ। ਪ੍ਰਾਣੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸ਼ਕਤੀ ਨਹੀਂ ਕਿ ਉਹ ਇਹ ਕਹਿ ਸਕੇ ਕਿ ਮੈਂ ਇਹ ਕਰ ਲਿਆ, ਮੈਂ ਇਹ ਕਰ ਸਕਦਾ ਹਾਂ। ਪੂਰੇ ਦੀ ਪੂਰੇ ਅਕਾਲ ਦੀ ਮਿਹਰ ਉੱਤੇ ਉਹਦਾ ਸਵਾਸ ਚੱਲਦਾ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ 24 ਅਸ਼ਟਪਦੀਆਂ ਦੀ ਵਰਤੋਂ ਕੀਤੀ ਹੈ। ਹਰ ਅਸ਼ਟਪਦੀ ਦੇ 8 ਭਾਗ ਹਨ, 8 ਪਦ ਹਨ। ਇੱਕ ਅਸ਼ਟਪਦੀ ਦੇ ਵਿੱਚ ਤਕਰੀਬਨ 1000 ਅੱਖਰਾਂ ਦੀ ਵਰਤੋਂ ਕੀਤੀ ਗਈ ਹੈ ਤੇ 24 ਅਸ਼ਟਪਦੀਆਂ ਦੇ ਵਿੱਚ 24,000 ਅੱਖਰ ਵਰਤੇ ਗਏ ਹਨ। ਸੱਚੇ ਪਾਤਸ਼ਾਹ ਨੇ ਸਮੇਂ ਨੂੰ, ਇਨਸਾਨ ਨੂੰ, ਦੋਨੇ ਹੀ ਚੱਲਦੇ ਹਨ ਤੇ ਦੋਨੇ ਹੀ ਮੁੱਕਦੇ ਹਨ। ਪ੍ਰਾਣੀ ਵੀ, ਸਮਾਂ ਵੀ। ਦੂਸਰੇ ਪਾਸੇ ਅਕਾਲ ਆਪ ਹੈ ਜਿਹੜਾ ਨਾ ਕਦੇ ਜਨਮਦਾ ਹੈ ਤੇ ਨਾ ਕਦੇ ਮਰਦਾ ਹੈ। ਸਮੇਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਿਆਰੇ ਸਿੱਖਾਂ ਨੂੰ ਅਮਰ ਹੋਣ ਦੀ ਜੁਗਤ ਸਮਝਾ ਰਹੇ ਹਨ। ਸਦੀਵੀ ਹੋਣ ਦਾ ਤਰੀਕਾ ਦੱਸ ਰਹੇ ਹਨ। ਸਮੇਂ ਤੋਂ ਨਿਜਾਤ ਲੈਣ ਲਈ, ਜਿੱਥੇ ਸਮੇਂ ਦੀ ਕੋਈ ਲੋੜ ਨਹੀਂ ਰਹਿੰਦੀ, ਟਾਈਮਲੈਸ, ਈਗੋਲੈਸ, ਫੀਅਰਲੈਸ, ਐਨਮੀਲੈਸ ਇਨਸਾਨ ਹੋ ਜਾਂਦਾ ਹੈ। ਬਿਲਕੁਲ ਅਕਾਲ ਪੁਰਖ ਦੀ ਤਰ੍ਹਾਂ, ਵਾਹਿਗੁਰੂ ਦੀ ਤਰ੍ਹਾਂ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ 24,000 ਸਵਾਸਾਂ ਨੂੰ ਸਫਲ ਕਰਨ ਦੇ ਲਈ ਪ੍ਰਾਣੀ ਨੂੰ 24 ਘੰਟੇ, ਪਲ ਪਲ, ਛਿਨ ਛਿਨ ਪਰਮੇਸ਼ਰ ਨੂੰ ਯਾਦ ਕਰਨ ਦੇ ਲਈ ਬਹੁਤ ਸੌਖਾ ਤਰੀਕਾ ਸਮਝਾਇਆ ਹੈ। ਸਵਾਸ ਲੈਣ ਦੇ ਵਿੱਚ ਇਨਸਾਨ ਦੀ ਕੋਈ ਮਰਜ਼ੀ ਨਹੀਂ ਹੈ। ਪ੍ਰਭੂ ਦੀ ਇੱਛਾ ਹੈ ਤਦ ਸਵਾਸ ਆਉਂਦੇ ਹਨ। ਇਨਸਾਨ ਨਾ ਵਧਾ ਸਕਦਾ ਹੈ ਤੇ ਨਾ ਘਟਾ ਸਕਦਾ ਹੈ। ਜਿੰਨੇ ਬਖਸ਼ੇ ਹਨ ਓਨੇ ਹੀ ਰਹਿਣੇ ਹਨ। ਪ੍ਰਭੂ ਦੀ ਮਿਹਰ ਨਾਲ ਇਹ ਵੱਧ ਵੀ ਸਕਦੇ ਹਨ, ਘਟ ਵੀ ਸਕਦੇ ਹਨ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਪ੍ਰੀਤਮ ਦੀਆਂ ਅਸੀਸਾਂ, ਦੁਆਵਾਂ, ਮਿਹਰਾਂ ਲੈਣ ਦੇ ਲਈ ਪ੍ਰਾਣੀ ਨੂੰ ਉਹਦਾ ਸ਼ੁਕਰਾਨਾ ਕਰਨ ਦੇ ਲਈ ਸਮਝਾਇਆ ਹੈ। ਕਿਉਂਕਿ ਪ੍ਰੀਤਮ ਪਿਆਰਾ
ਕਈ ਗੁਣਾ ਜ਼ਿਆਦਾ ਪਿਆਰ ਕਰਦਾ ਹੈ ਜੇ ਉਹਦੇ ਵੱਲ ਕੋਈ ਤੁਰਦਾ ਹੈ। ਦਿੰਦਾ ਹੀ ਹੈ, ਲੈਂਦਾ ਕੁਝ ਵੀ ਨਹੀਂ। ਹਰ ਅਸ਼ਟਪਦੀ ਦੇ ਅੱਗੇ ਸ਼ਲੋਕ ਹੈ। ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ 17ਵੀਂ ਅਸ਼ਟਪਦੀ ਦੇ ਅੱਗੇ ਸ਼ਲੋਕ, ਆਦ ਸੱਚ ਜੁਗਾਦ ਸੱਚ, ਹਮੇਸ਼ਾ ਤੋਂ, ਆਰੰਭ ਤੋਂ ਹੁਣ ਤੱਕ, ਜੁਗਾਂ ਜੁਗਾਂ ਤੋਂ ਇਹ ਸੱਚ ਸੀ, ਸੱਚ ਹੈ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤਿੰਨ ਕਾਲਾਂ ਦੀ ਪ੍ਰੀਤਮ ਪਿਆਰੇ ਨੇ ਵਰਤੋਂ ਕੀਤੀ ਹੈ। ਭੂਤ, ਭਵਿੱਖ ਤੇ ਵਰਤਮਾਨ। ਤਿੰਨੇ ਕਾਲ ਪ੍ਰਭੂ ਉੱਤੇ ਲਾਗੂ ਹੀ ਨਹੀਂ ਹੁੰਦੇ, ਕਿਉਂਕਿ ਕਾਲ ਸਮੇਂ ਦੇ ਬੰਨੇ ਹੋਏ ਹਨ, ਸਮੇਂ ਦੇ ਨੂੜੇ ਹੋਏ ਹਨ, ਸਮੇਂ ਦੇ ਵਿੱਚ ਹੀ ਵਿਚਰਦੇ ਹਨ। ਬੇਸ਼ੱਕ ਸਦੀਆਂ ਲੰਘ ਗਈਆਂ, ਪਰ ਸਮੇਂ ਦੀ ਕਿਰਿਆ ਲਾਗੂ ਹੁੰਦੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਪ੍ਰੀਤਮ ਪਿਆਰਾ ਪਰਮੇਸ਼ਰ ਸਮੇਂ ਦੇ ਘੇਰਿਆਂ ਚੋਂ ਬਾਹਰ ਹੈ, ਸੁਤੰਤਰ ਹੈ। ਜਿਸ ਦਿਨ ਤੋਂ ਵੀ ਕੋਈ ਸੋਚ ਸਕਦਾ ਹੈ ਰੱਬ ਨੂੰ, ਇਹ ਵੀ ਉਹਨੂੰ ਹੀ ਪਤਾ ਹੈ ਕਿ ਆਰੰਭ ਕਦੋਂ ਹੋਇਆ, ਪਰ ਆਰੰਭ ਕਦੋਂ ਹੋਇਆ ਇਨਸਾਨ ਸੋਚ ਨਹੀਂ ਸਕਦਾ। ਇਨਸਾਨ ਸਿਰਫ ਆਪਣੇ ਵਰਤਮਾਨ ਤੱਕ ਸਹਿਮਤ ਹੈ। ਇੰਨਾ ਕੁ ਉਹਨੂੰ ਪਤਾ ਹੈ ਕਿ ਇਸ ਵੇਲੇ ਕੀ ਕੁਝ ਹੋ ਰਿਹਾ। ਭੂਤ ਦੇ ਭਵਿੱਖ ਬਾਰੇ ਉਹਦੀ ਕੋਈ ਜਾਣਕਾਰੀ ਨਹੀਂ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਸ਼ੁਰੂਆਤ ਤੋਂ ਵੀ ਪਹਿਲਾਂ, ਪਰ ਆਰੰਭ ਤੋਂ ਵੀ ਪਹਿਲਾਂ, ਜੁਗਾਂ ਜਗਾਂਤਰਾਂ ਤੋਂ ਸੱਚਾ ਹੈ। ਉਹਦੇ ਤੌਰ ਤਰੀਕੇ ਸੱਚੇ ਹਨ, ਉਹਦੀ ਕ੍ਰੀਏਸ਼ਨ ਸੱਚੀ ਹੈ। ਕੱਲ੍ਹ ਵੀ ਸੱਚ ਸੀ, ਅੱਜ ਵੀ ਸੱਚ ਹੈ ਤੇ ਕੱਲ੍ਹ ਨੂੰ ਵੀ ਸੱਚ ਹੋਵੇਗਾ। ਇਹਦੇ ਵਿੱਚ ਕੋਈ ਤਬਦੀਲੀ ਹੋ ਹੀ ਨਹੀਂ ਸਕਦੀ। ਕ੍ਰੀਏਸ਼ਨ ਦੇ ਵਿੱਚ ਹੋ ਸਕਦੀ ਹੈ। ਕ੍ਰੀਏਸ਼ਨ ਬਦਲਦੀ ਰਹਿੰਦੀ ਹੈ। ਪਲੈਨਟ, ਚੰਦ, ਤਾਰੇ, ਸੂਰਜ ਸਾਰੇ ਹੀ ਬਦਲਣ ਵਾਲੇ ਹਨ, ਵਿਨਾਸ਼ ਹੋਣ ਵਾਲੇ ਹਨ। ਪਰ ਜਿਹਨੇ ਇਹ ਉਪਾਏ ਹਨ, ਜਿਹਨੇ ਇਹ ਪੈਦਾ ਕੀਤੇ ਹਨ, ਉਹ ਕਦੇ ਵੀ ਖਤਮ ਨਹੀਂ ਹੁੰਦਾ। ਆਪਣੀ ਕ੍ਰੀਏਸ਼ਨ ਨੂੰ ਬਦਲ ਦਿੰਦਾ ਹੈ, ਮੌਜ ਮਾਣਦਾ ਹੈ, ਬਦਲ ਕੇ ਖੁਸ਼ ਹੁੰਦਾ ਹੈ। ਜਿਸ ਤਰ੍ਹਾਂ ਕਿਸਾਨ ਆਪਣੀ ਖੇਤੀ ਬੋਂਦਾ ਹੈ, ਪਾਲਦਾ ਹੈ ਤੇ ਫਿਰ ਵੱਢਦਾ ਹੈ, ਇਸੇ ਤਰ੍ਹਾਂ ਪ੍ਰੀਤਮ ਪਿਆਰਾ ਅਪਾਉਂਦਾ ਹੈ, ਚਲਾਉਂਦਾ ਹੈ ਤੇ ਖਪਾਉਂਦਾ ਹੈ।
ਸਮੇਂ ਦਾ ਉਹਦੇ ਉੱਤੇ ਕੋਈ ਅਸਰ ਨਹੀਂ, ਪਰ ਉਹਦੀ ਪਾਈ ਹੋਈ ਕ੍ਰੀਏਸ਼ਨ ਸਮੇਂ ਦੇ ਵਿੱਚ ਸੀਮਤ ਹੈ। ਕੱਲ੍ਹ, ਅੱਜ ਤੇ ਕੱਲ੍ਹ ਨੂੰ, ਪਾਸਟ, ਪ੍ਰੈਜੈਂਟ, ਫਿਊਚਰ, ਤਿੰਨੇ ਸਮਿਆਂ ਤੋਂ ਬਾਹਰ ਪ੍ਰੀਤਮ ਪਿਆਰਾ ਆਪਣੀ ਖੇਡ ਰਚਾ ਰਿਹਾ ਹੈ। ਅਸ਼ਟਪਦੀ ਚਰਨ ਸੱਤ, ਸੱਤ ਪਰਸ਼ਨਹਾਰ, ਚਰਨ ਪੈਰ, ਫੀਟ, ਜਿਹੜੇ ਹਮੇਸ਼ਾ ਤੁਰਦੇ ਹਨ, ਧਰਤੀ ਨਾਲ ਸਪਰਸ਼ ਕਰਦੇ ਹਨ ਤੇ ਇਨਸਾਨ ਨੂੰ ਗਤੀਮਾਨ ਬਣਾਉਂਦੇ ਹਨ। ਚਰਨਾਂ ਤੋਂ ਬਿਨਾਂ ਇਨਸਾਨ ਚੱਲ ਨਹੀਂ ਸਕਦਾ। ਉਹਦੇ ਚੱਲਣ ਦੇ ਲਈ, ਉਹਦੀ ਮੋਬਿਲਿਟੀ ਦੇ ਲਈ ਇਹ ਅਤੀ ਜ਼ਰੂਰੀ ਹਨ। ਘੱਟਾ ਲੱਗਦਾ ਹੈ, ਮਿੱਟੀ ਲੱਗਦੀ ਹੈ, ਗੰਦੇ ਹੁੰਦੇ ਹਨ। ਜੇ ਕਿਸੇ ਦਾ ਸਤਿਕਾਰ ਕਰਨਾ ਹੈ, ਮਾਣ ਕਰਨਾ ਹੈ, ਕਿਸੇ ਨੂੰ ਨਵਾਜਣਾ ਹੈ, ਉੱਚਾ ਚੁੱਕਣਾ ਹੈ, ਤਾਂ ਜੁਗਾਂ ਜਗਾਂਤਰਾਂ ਤੋਂ ਰੀਤ ਹੈ ਕਿ ਉਹਦੇ ਚਰਨਾਂ ਨੂੰ ਸਪਰਸ਼ ਕੀਤਾ ਜਾਵੇ, ਸਿਰ ਚਰਨਾਂ ਉੱਤੇ ਰੱਖਿਆ ਜਾਵੇ, ਚਰਨ ਧੋਤੇ ਜਾਣ। ਫਿਰ ਚਰਨਾਂ ਦਾ ਜਿਹੜਾ ਧੂੜ ਹੈ, ਚਰਨਾਮਤ, ਚਰਨਾ ਅੰਮ੍ਰਿਤ, ਗੁਰੂ ਸਾਹਿਬਾਨ ਦੇ ਸਮੇਂ ਜਦੋਂ ਗੁਰਗੱਦੀ ਦੀ ਬਖਸ਼ਿਸ਼ ਕੀਤੀ ਜਾਂਦੀ ਸੀ ਤਾਂ ਚਰਨਾ ਅੰਮ੍ਰਿਤ ਹੀ ਪਿਆਇਆ ਜਾਂਦਾ ਸੀ। ਚਰਨਾਂ ਦੀ ਧੂੜ ਵੇਦਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ ਕਿ ਉਸ ਨੇ ਉਹਦੇ ਚਰਨ ਸਪਰਸ਼ ਕੀਤੇ, ਸਤਿਕਾਰ ਕੀਤਾ। ਇਹ ਵੀ ਦੱਸਿਆ ਗਿਆ ਹੈ ਕਿ ਜੇ ਕਿਸੇ ਨੇ ਅਕਲ ਪ੍ਰਾਪਤ ਕਰਨੀ ਹੈ, ਕਿਸੇ ਤੋਂ ਕੁਝ ਲੈਣਾ ਹੈ, ਤਾਂ ਚਰਨਾਂ ਵੱਲ ਖਲੋ ਕੇ ਭੀਖ ਮੰਗ ਕੇ ਮਿਲਦਾ ਹੈ। ਇਸੇ ਤਰ੍ਹਾਂ ਹੀ ਹੋਇਆ। ਮਿਥਿਹਾਸ ਹੈ, ਇਤਿਹਾਸ ਹੈ। ਰਾਮਾਇਣ ਦੇ ਵਿੱਚ ਜਦੋਂ ਬਹੁਤ ਮਹਾਨ ਯੁੱਧ ਹੋਇਆ, ਰਾਮ ਦੀ ਸੈਨਾ ਜਿੱਤ ਗਈ, ਰਾਵਣ ਹੰਕਾਰੀ ਦੀ ਸੈਨਾ ਹਾਰ ਗਈ। ਰਾਵਣ ਮਰ ਰਿਹਾ ਰਾਮ ਦੇ ਤੀਰ ਦੇ ਨਾਲ। ਰਾਮ ਆਪਣੇ ਛੋਟੇ ਭਰਾ ਲਛਮਣ ਨੂੰ ਉਪਦੇਸ਼ ਕਰ ਰਿਹਾ ਕਿ ਲਛਮਣ, ਅੱਜ ਇੱਕ ਬਹੁਤ ਵੇਦਾਂ ਦਾ ਗਿਆਤਾ, ਬਹੁਤ ਹੀ ਗਿਆਨ ਰੱਖਣ ਵਾਲਾ ਮਹਾਨ ਪੁਰਸ਼ ਧਰਤੀ ਤੋਂ ਜਾ ਰਿਹਾ ਹੈ। ਕੁਛ ਸਿੱਖ ਲੈ ਇਹਦੇ ਕੋਲੋਂ, ਗੱਲ ਕੰਮ ਆਵੇਗੀ। ਤਾਂ ਕਹਿੰਦੇ ਨੇ ਲਛਮਣ ਜਾ ਕੇ ਸਿਰ ਪਾਸੇ ਖਲੋ ਗਿਆ। ਬੇਸ਼ੱਕ ਰਾਵਣ ਮਰ ਰਿਹਾ ਸੀ, ਪਰ ਉਹ ਆਪਣੇ ਸਵੈ ਮਾਣ ਦੇ ਉੱਤੇ ਅਟਲ ਸੀ। ਲਛਮਣ ਨੇ ਸਵਾਲ ਪੁੱਛਿਆ, ਰਾਵਣ ਚੁੱਪ ਰਿਹਾ। ਦੁਬਾਰਾ ਫਿਰ ਪੁੱਛਿਆ, ਫਿਰ ਚੁੱਪ ਰਿਹਾ। ਭਰਾ ਵੱਲ ਦੇਖਿਆ, ਭਰਾ ਨੇ ਇਸ਼ਾਰਾ ਕੀਤਾ ਕਿ ਪੈਰਾਂ ਵੱਲ, ਚਰਨਾਂ ਵੱਲ ਆ ਕੇ ਖਲੋ, ਹੱਥ ਜੋੜ, ਸਿਰ ਝੁਕਾ। ਮੁਸਕਰਾ ਕੇ ਰਾਵਣ ਨੇ ਦੱਸ ਦਿੱਤਾ
ਕਿ ਦੁਨੀਆ ਦਾ ਜਿਹੜਾ ਵੀ ਕੰਮ ਕਰਨਾ ਕੱਲ੍ਹ ਉੱਤੇ ਨਾ ਛੱਡਿਆ ਜਾਵੇ, ਅੱਜ ਹੀ ਮੁਕਾਇਆ ਜਾਵੇ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਅਕਾਲ ਦੀ ਗੱਲ ਕਰ ਰਹੇ ਹਨ ਕਿ ਪ੍ਰੀਤਮ ਪਿਆਰਾ, ਉਹਦੇ ਪੈਰ, ਉਹਦੇ ਪਾਂਵ, ਉਹਦੇ ਚਰਨ ਸੱਚੇ ਹਨ। ਉਹਨਾਂ ਨੂੰ ਜਿਹੜਾ ਛੂਹਦਾ ਹੈ, ਸਪਰਸ਼ ਕਰਦਾ ਹੈ, ਉਹ ਵੀ ਸੱਚਾ ਹੈ, ਕਿਉਂਕਿ ਉੱਥੇ ਤੱਕ ਪਹੁੰਚਣ ਦੇ ਲਈ ਅਕਾਲ ਦੀ ਮਿਹਰ ਦੀ ਲੋੜ ਹੈ। ਕਿੰਨੇ ਭਾਗ ਹਨ ਉਸ ਦੇ ਚੰਗੇ, ਕਿੰਨੇ ਕਰਮ ਉਹਦੇ ਸੋਹਣੇ ਹਨ, ਜਿਹੜਾ ਪ੍ਰਾਣੀ ਪ੍ਰਭੂ ਦੇ ਚਰਨਾਂ ਨੂੰ ਸਪਰਸ਼ ਕਰ ਰਿਹਾ ਹੈ, ਛੋਹ ਰਿਹਾ ਹੈ, ਭਾਗਾਂ ਵਾਲਾ ਹੈ, ਸੱਚਾ ਹੈ। ਪੂਜਾ ਸਤ, ਸਤ ਸੇਵਦਾਰ। ਗੁਰੂ ਪਿਆਰਿਓ, ਪੂਜਾ ਸ਼ਰਧਾ ਦਾ ਨਾਂ ਹੈ, ਭਾਵਨਾ ਹੈ, ਸਤਿਕਾਰ ਕਰਨ ਦੀ, ਆਪਣੇ ਤੋਂ ਵੱਡੇ ਨੂੰ ਨਵਾਜ਼ਣ ਦੀ, ਮਿਹਰ ਮੰਗਣ ਦੀ। ਆਪਣੀ ਬੁੱਧ ਦੇ ਮੁਤਾਬਕ ਤਰੀਕਾ ਕੋਈ ਵੀ ਹੋ ਸਕਦਾ ਹੈ, ਪਰ ਪਾਤਸ਼ਾਹ ਦੀ ਪੂਜਾ, ਵਾਹਿਗੁਰੂ ਦੀ ਪੂਜਾ ਕਰਨ ਵਾਲੇ, ਸਬਰ ਸੰਤੋਖ ਰੱਖਣ ਵਾਲੇ, ਮਿੱਠ ਬੋਲੜੇ ਬਹੁਤ ਸੱਚੇ ਹਨ। ਉਹਨਾਂ ਦੇ ਸੌਦੇ ਵੀ ਸੱਚੇ ਹਨ, ਉਹਨਾਂ ਦੀ ਪੂਜਾ ਵੀ ਸੱਚੀ ਹੈ, ਉਹਨਾਂ ਦੀ ਉਪਾਸਨਾ ਵਡਿਆਈ ਯੋਗ ਹੈ। ਉਹਨਾਂ ਨੂੰ ਮੌਕਾ ਦਿੱਤਾ ਹੈ ਅਕਾਲ ਨੇ, ਪ੍ਰੀਤਮ ਨੇ ਪੂਜਾ ਕਰਨ ਦਾ। ਦਰਸ਼ਨ ਸਤ, ਸਤ ਪੇਖਣ ਹਾਰ। ਅੱਖਾਂ ਦੇਖਦੀਆਂ ਹਨ, ਕੰਨ ਸੁਣਦੇ ਹਨ ਤੇ ਨੱਕ ਸੁੰਘਦਾ ਹੈ। ਤਿੰਨੇ ਦੁਨੀਆ ਦੀ ਕਿਰਿਆ ਮਾਨਣ ਦੇ ਲਈ ਪ੍ਰਭੂ ਨੇ ਬਣਾਏ ਹਨ, ਪਰ ਪ੍ਰਭੂ ਨੂੰ ਇਹਨਾਂ ਤਿੰਨਾਂ ਦੀ ਲੋੜ ਨਹੀਂ ਪੈਂਦੀ। ਉਹਨੂੰ ਦੇਖਣ ਦੇ ਲਈ ਅੱਖਾਂ ਦੀ ਕੋਈ ਲੋੜ ਨਹੀਂ ਹੈ। ਉਹ ਕੰਨਾਂ ਤੋਂ ਬਿਨਾਂ ਸੁਣਦਾ ਹੈ। ਉਹਨੂੰ ਸੁੰਘਣ ਦੇ ਲਈ ਕਿਸੇ ਨੱਕ ਦੀ ਲੋੜ ਵੀ ਨਹੀਂ। ਹਾਂ, ਉਹਦੇ ਦਰਸ਼ਨ ਜਿਹਨੇ ਕਰਨੇ ਨੇ, ਉਹਨੂੰ ਇਹ ਪਤਾ ਚੱਲ ਜਾਂਦਾ ਹੈ ਕਿ ਕਿਹੜੀਆਂ ਅੱਖਾਂ ਦੀ ਲੋੜ ਹੈ। ਇਹਨਾਂ ਅੱਖਾਂ ਦੇ ਨਾਲ ਪ੍ਰਭੂ ਦੇ ਦਰਸ਼ਨ ਨਹੀਂ ਹੁੰਦੇ, ਨਾ ਹੀ ਸਹਿਣ ਕੀਤੇ ਜਾ ਸਕਦੇ ਹਨ। ਇਹਨਾਂ ਨੈਣਾਂ ਦੇ ਨਾਲ ਤਾਂ ਉਹਦੇ ਬਣਾਏ ਹੋਏ ਸੂਰਜ ਦੇ ਦਰਸ਼ਨ ਕਰਨੇ ਵੀ ਅੱਖਾਂ ਅੰਨੀਆਂ ਕਰਨ ਦੇ ਸਮਾਨ ਹੈ। ਇੰਨਾ ਤੇਜ, ਇੰਨਾ ਤਪ ਇਹ ਵਿਚਾਰੀਆਂ ਕਦੋਂ ਸਹਾਰ ਸਕਦੀਆਂ। ਉਹ ਅੱਖਾਂ ਦੇ ਦਿੰਦਾ ਹੈ ਵੱਖਰੀਆਂ, ਆਪਣਾ ਨਾਦ ਸੁਣਾਉਣ ਦੇ ਲਈ ਕੰਨ ਵੀ ਬਖਸ਼ ਦਿੰਦਾ ਹੈ ਵੱਖਰੇ, ਸਰੀਰ ਉੱਤੇ ਮਿਹਰ ਕਰ ਦਿੰਦਾ ਹੈ। ਜਦੋਂ ਇਨਸਾਨ ਨੂੰ ਅੱਖਾਂ ਮਿਲ ਜਾਂਦੀਆਂ ਹਨ, ਦਰਸ਼ਨ ਕਰਦਾ ਹੈ, ਫਿਰ ਧੰਨ ਧੰਨ ਬਸਮਾਤ ਦੇ ਵਿੱਚ ਚਲਾ ਜਾਂਦਾ ਹੈ। ਮਿਹਰ ਦੇ ਵਿੱਚ ਸੱਚ ਸੱਚ ਤੂੰ ਸੱਚ ਕਹਿੰਦਾ ਹੈ। ਪਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ
ਅਪਾਰ ਕਿਰਪਾ ਕਰਦੇ ਹਨ ਕਿ ਜਿਹਨੂੰ ਨਸੀਬ ਹੋ ਗਏ ਦਰਸ਼ਨ, ਜਿਹਨੂੰ ਅੱਖਾਂ ਮਿਲ ਗਈਆਂ, ਉਹ ਵੀ ਧੰਨ ਹੈ, ਉਹ ਵੀ ਸੱਤ ਹੈ, ਉਹ ਵੀ ਸੱਚਾ ਹੈ। ਨਾਮ ਸਤ, ਸਤ ਧਿਆਵਣਹਾਰ। ਪ੍ਰਭੂ ਦੀ ਆਰਾਧਨਾ, ਪ੍ਰਭੂ ਦੀ ਸਾਧਨਾ ਸੱਚੀ ਹੈ। ਪ੍ਰਾਣੀ ਆਪਣੇ ਸੰਘਰਸ਼ ਨਾਲ ਪ੍ਰੀਤਮ ਨੂੰ ਧਿਆ ਨਹੀਂ ਸਕਦਾ, ਪਾ ਨਹੀਂ ਸਕਦਾ। ਜਦੋਂ ਪ੍ਰਾਣੀ ਇਹ ਕਹਿ ਦੇਵੇ ਕਿ ਮੈਂ ਉਹਨੂੰ ਪਾ ਲਿਆ ਹੈ, ਤਾਂ ਉਹ ਝੂਠ ਬੋਲਦਾ ਹੈ। ਜੇ ਉਹ ਇਹ ਕਹਿ ਦੇਵੇ ਕਿ ਮੇਰੇ ਉੱਤੇ ਉਹਦੀ ਕਿਰਪਾ ਹੋ ਗਈ ਹੈ, ਮੇਰੇ ਉੱਤੇ ਉਹਦੀ ਮਿਹਰ ਹੋ ਗਈ ਹੈ, ਤਾਂ ਉਹ ਸੱਤ ਹੈ। ਕਿਉਂਕਿ ਉਹ ਸਿਮਰਨ ਕਰਦਾ ਹੈ, ਆਪਣੀ ਡਿਊਟੀ ਨਿਭਾਉਂਦਾ ਹੈ, ਤੇ ਪ੍ਰਭੂ ਮਿਹਰ ਕਰਦਾ ਹੈ। ਨਾਮ ਸਤ ਜ਼ਰੀਆ ਉਹਨੂੰ ਪਾਉਣ ਦਾ। ਧਿਆਵਣਹਾਰ ਸ਼ਰਧਾਵਾਨ ਪ੍ਰਾਣੀ, ਉਹਦਾ ਸੇਵਕ, ਦੋਨੇ ਹੀ ਸੱਚੇ ਹਨ। ਆਪ ਸਤ, ਸਤ ਸਭ ਧਾਰੀ। ਗੁਰੂ ਪਿਆਰਿਓ, ਪਰਮੇਸ਼ਰ ਸੱਚਾ ਹੈ। ਸ੍ਰਿਸ਼ਟੀ ਉਹਦੀ ਖੇਲ ਹੈ। ਹਰ ਵਸਤੂ ਦੇ ਵਿੱਚ ਉਹ ਵਸ ਰਿਹਾ ਹੈ। ਹਰ ਉੱਤੇ ਅੰਮ੍ਰਿਤ ਛਿੜਕ ਰਿਹਾ ਹੈ। ਸਾਰੇ ਪਾਸੇ ਸੱਚ ਦੀ ਖੇਡ ਖੇਡ ਰਿਹਾ ਹੈ। ਉਹਦਾ ਆਸਰਾ ਵੀ ਸੱਚਾ ਹੈ। ਸਭ ਧਾਰੀ, ਸਾਰਿਆਂ ਉੱਤੇ ਮਿਹਰਬਾਨੀ ਕੀਤੀ ਹੋਈ ਹੈ। ਸਾਰਿਆਂ ਨੂੰ ਤਾਰ ਰਿਹਾ ਹੈ। ਪਰਮੇਸ਼ਰ ਪਿਆਰਾ ਆਪੇ ਗੁਣ, ਆਪੇ ਗੁਣਕਾਰੀ। ਜਿੰਨੀ ਦੁਨੀਆ ਦੇ ਵਿੱਚ ਅਕਲ ਹੈ, ਅਕਲ ਬਣਾਉਣ ਵਾਲਾ ਉਹ ਆਪ ਹੀ ਹੈ। ਚਾਹੇ ਕਿਸੇ ਪ੍ਰਾਣੀ ਦੀ ਅਕਲ ਹੋਵੇ, ਚਾਹੇ ਕਿਸੇ ਗੁਣਕਾਰੀ ਦੀ ਅਕਲ ਹੋਵੇ, ਅਕਲਾਂ ਵੰਡਣ ਵਾਲਾ ਪ੍ਰਭੂ ਆਪ ਹੈ। ਵੱਡਾ ਅਕਲਮੰਦ ਆਪਣੀ ਅਕਲ ਨਾਲ ਇਹ ਸ੍ਰਿਸ਼ਟੀ ਨੂੰ ਰਚਦਾ ਹੈ। ਦੇ ਦਿੰਦਾ ਹੈ, ਥੱਕਦਾ ਨਹੀਂ। ਗੁਣਕਾਰੀਆਂ ਨੂੰ ਹੋਰ ਗੁਣ ਦਿੰਦਾ ਹੈ। ਲਿਸ਼ਕਾਈ ਜਾਂਦਾ ਆਪਣੀ ਸ੍ਰਿਸ਼ਟੀ ਨੂੰ, ਚਮਕਾਈ ਜਾਂਦਾ ਹੈ। ਗੁਣਾਂ ਨੂੰ ਵਧਾਉਂਦਾ ਹੈ। ਗੁਣਵਾਨ, ਗੁਣਾਂ ਨਾਲ ਲੱਦਿਆ ਹੋਇਆ ਪ੍ਰਭੂ ਗੁਣ ਵੰਡੀ ਜਾਂਦਾ ਹੈ। ਸ਼ਬਦ ਸਤ, ਸਤ ਪ੍ਰਭ ਬਖਤਾ। ਬਖਤਾ ਲੈਕਚਰ ਕਰਨ ਵਾਲਾ, ਬੁਲਾਰਾ, ਬੋਲਣ ਵਾਲਾ, ਚੰਗੀ ਗੱਲ ਦੱਸਣ ਵਾਲਾ। ਪ੍ਰਭੂ ਦਾ ਸ਼ਬਦ ਸੱਚਾ ਹੈ। ਗੁਰਬਾਣੀ ਸੱਚੀ ਹੈ। ਅਕਾਲ ਪੁਰਖ ਦੀ ਭੇਜੀ ਹੋਈ ਬਾਣੀ ਪੂਰੀ ਦੀ ਪੂਰੀ ਸੱਚ ਹੈ। ਇੱਕ ਇੱਕ ਸ਼ਬਦ ਪੱਥਰ ਤੇ ਲਕੀਰ ਹੈ। ਬੜਾ ਕਰਮਾਂ ਵਾਲਾ, ਭਾਗਾਂ ਵਾਲਾ ਸਪੀਕਰ ਹੈ। ਦੱਸਣ ਵਾਲਾ ਵਕਤਾ, ਉਹ ਵੀ ਸੁਆਮੀ ਦੀ ਬਾਣੀ ਨੂੰ ਪੜ੍ਹਨ ਦੇ ਲਈ ਉਹਦੇ ਉੱਤੇ ਕਿਰਪਾ ਹੋਈ ਹੈ। ਉਹ ਵੀ ਸੱਤ ਹੈ, ਸੱਚਾ ਹੈ। ਸੁਰਤ ਸਤ, ਸਤ ਜਸ ਸੁਨਤਾ।
ਪ੍ਰੀਤਮ ਪਿਆਰਾ ਸੁਰਤੀ ਦੀ ਸਵਾਰੀ, ਇਨਸਾਨ ਦੀ ਸੁਰਤ ਨਾਲ ਸੁਰਤ ਜਦੋਂ ਮਿਲਾਉਂਦਾ ਹੈ, ਤਾਰ ਦੇ ਨਾਲ ਤਾਰ ਜਦ ਮਿਲ ਜਾਂਦੀ ਹੈ ਤਾਂ ਮਹਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਦਰਅਸਲ ਪਤਾ ਹੀ ਉਦੋਂ ਚੱਲਦਾ ਹੈ ਕਿ ਸੱਚ ਕੀ ਹੈ, ਝੂਠ ਕੀ ਹੈ। ਪਤਾ ਉਦੋਂ ਹੀ ਚੱਲਦਾ ਹੈ ਕਿ ਗਿਆਨ ਉਹਦੀ ਮਿਹਰ ਨਾਲ ਹੀ ਇਨਸਾਨ ਜਾਣ ਸਕਦਾ ਹੈ। ਸੁਰਤ ਜਿੱਥੇ ਸ਼ਬਦ ਬਣਾਏ ਜਾਂਦੇ ਹਨ, ਅੱਖਰ ਘੜੇ ਜਾਂਦੇ ਹਨ, ਅਕਲ ਤਿਆਰ ਕੀਤੀ ਜਾਂਦੀ ਹੈ, ਉਹ ਸੁਰਤ ਪ੍ਰਭੂ ਦੀ ਹੈ। ਜਦੋਂ ਉਹੀ ਸੁਰਤ ਆਪਣੇ ਸੇਵਕ ਨੂੰ ਬਖਸ਼ ਦਿੰਦਾ ਹੈ ਤਾਂ ਸੇਵਕ ਉਹਦੀ ਉਪਮਾ ਨੂੰ ਸਰਵਣ ਕਰਦਾ ਹੈ, ਸੁਣਦਾ ਹੈ। ਬੋਲਣਾ ਸੁਣਨਾ ਇੱਕੋ ਹੀ ਹੈ। ਦੇਖਣਾ, ਬੋਲਣਾ, ਸੁਣਨਾ, ਤਿੰਨ ਤਰੀਕਿਆਂ ਦੇ ਨਾਲ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ। ਸੁਣ ਕੇ, ਦੇਖ ਕੇ ਤੇ ਬੋਲ ਕੇ। ਸੁਰਤ ਸੱਚੀ ਹੈ ਜਿਹੜੀ ਉਹਦੇ ਵੱਲ ਲੱਗਦੀ ਹੈ। ਪ੍ਰਾਣੀ ਉਹਦੀ ਮਿਹਰ ਨਾਲ ਜਦੋਂ ਕੀਰਤਨ ਸੁਣਦਾ ਹੈ ਤਾਂ ਉਹ ਪ੍ਰਾਣੀ ਨਹੀਂ ਰਹਿੰਦਾ, ਸੰਸਾਰੀ ਵੀ ਨਹੀਂ ਰਹਿੰਦਾ, ਮਹਾਂਪੁਰਖ ਬਣ ਜਾਂਦਾ ਹੈ। ਵਿਵੇਕ ਬੁੱਧ ਵਾਲਾ ਸਤਪੁਰਖ ਕਹਿਲਾਉਂਦਾ ਹੈ। ਬੂਝਣ ਹਾਰ ਕੋ ਸਤ ਸਭ ਹੋਏ। ਜੇ ਕੋਈ ਵਿਚਾਰ ਕਰਦਾ ਹੈ, ਅੰਡਰਸਟੈਂਡ ਕਰਦਾ ਹੈ, ਗੁਰੂ ਪਿਆਰਿਓ, ਅੰਧ ਵਿਸ਼ਵਾਸ ਦੇ ਵਿੱਚ ਕੀਤੀ ਹੋਈ ਪੂਜਾ ਕਿਸੇ ਕੰਮ ਦੀ ਨਹੀਂ ਹੈ, ਨਿਰਫਲ ਹੈ। ਵਿਧੀ ਨਾਲ, ਉਹਦੀ ਮਿਹਰ ਨਾਲ ਵਿਚਾਰ ਕਰਕੇ, ਵਿਚਾਰ ਉੱਤੇ ਅਮਲ ਕਰਕੇ ਸਤਪੁਰਖ ਤਿਆਰ ਹੁੰਦਾ ਹੈ। ਉਹਦੀ ਕਿਰਪਾ ਨਾਲ, ਪ੍ਰਾਣੀ ਦੀ ਭਾਵਨਾ ਨਾਲ ਪ੍ਰਾਣੀ ਆਪਣੇ ਅੰਦਰੋਂ ਪ੍ਰੀਤਮ ਨੂੰ ਲੱਭਦਾ ਲੱਭਦਾ ਅਖੀਰ ਨੂੰ ਬਲੋ ਲੈਂਦਾ ਹੈ, ਪਾ ਲੈਂਦਾ ਹੈ। ਉਹਦੀ ਸੁਰਤ ਵੀ ਸੱਚੀ ਹੈ ਤੇ ਉਹਦਾ ਉਸ ਵੇਲੇ ਸੁਭਾਅ ਵੀ ਸੱਚਾ ਹੈ। ਜਦੋਂ ਕੀਰਤਨ ਸੁਣਦਾ, ਉਹਦਾ ਜਸ ਸੁਣਦਾ ਹੈ, ਕਿਉਂਕਿ ਉਹਨੂੰ ਮਹਾਂ ਅਕਲ ਗਿਆਨ ਪ੍ਰਾਪਤ ਹੋ ਜਾਂਦਾ ਹੈ। ਉਹ ਪੂਰੇ ਦਾ ਪੂਰਾ ਸੱਚਾ ਬਣ ਜਾਂਦਾ ਹੈ, ਸਮੂਹ ਸੱਚ ਬਣ ਜਾਂਦਾ ਹੈ। ਅੱਖਾਂ ਨਾਲ ਦੇਖਦਾ, ਕੰਨਾਂ ਨਾਲ ਸੁਣਦਾ, ਨਜ਼ਰ ਨਾਲ ਤੱਕਦਾ, ਸਾਰਾ ਕੁਝ ਸੱਚ ਹੈ, ਕਿਉਂਕਿ ਉਹਨੇ ਵਿਚਾਰ ਕਰ ਲਿਆ। ਬੂਝਣ ਹਾਰ ਕੋ ਸਤ ਸਭ ਹੋਏ। ਨਾਨਕ ਸਤ ਸਤ ਪ੍ਰਭੂ ਸੋਏ। ਆਦ ਸੱਚ, ਜੁਗਾਦ ਸੱਚ, ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਸੱਚ ਹੀ ਬਣ ਜਾਂਦਾ ਹੈ। ਪਿਆਰ ਦਾ ਸੱਚ, ਸੁਆਮੀ ਪ੍ਰਭੂ ਪ੍ਰੀਤਮ ਪਿਆਰਾ, ਟਰੁੱਥ ਸੱਚ ਦਾ ਰੂਪ ਹੀ ਹੈ। ਗੁਰੂ ਪਿਆਰਿਓ, ਆਪਾਂ ਇੱਕ ਵੇਰ ਅੰਗਰੇਜ਼ੀ ਦੇ ਵਿੱਚ ਸ਼ਲੋਕ ਨੂੰ ਪਹਿਲਾਂ ਵਿਚਾਰ ਲਈਏ। ਆਦ ਸੱਚ, ਜੁਗਾਦ ਸੱਚ, true in the prime, true in the beginning of ages, true he is even now, and true he shall be
in the future. It is verified, O Nanak, no doubt. Timeless Prabhu, same Ashtapadi, Charn Sat, Sat Parsanhar. True are Lord's feet, and true is he who touched them. Puja Sat, Sat Sevdar. True is his worship, and true is the worshipper. Darshan Sat, Sab Pekhanhar. True is the sight, God's sight, and true is the beholder thereof. Naam Sat, Sat Dhyavanhar. True is the name of Lord, and true is the person who meditate on him. Aap Sat, Sat Sab Dhari. Prabhu himself is true, and true is everything that he sustains. Ape Gunkari. God is always meritful, and he gave away the merits to other people. God himself is always goodness, full of goodness, and he is the bestower of goodness. Shabd Sat Sat Prabh Bhakta. True is Lord's word, and true is the utterer of his word. Utterer. Surt Sat Sat Jas Sunta. There are the ears that hear the praise of the true Lord, true one. Boojanhar ko sat sab hoye. The one who understands him, his creation, the praise of the true one, listener of truth. Boojanhar ko sat sab hoye. The understander of God's name is also truth. Nanak Sat Sat Prabh Soye. Nanak true. True is he, the great Lord, the God. Guru Pyareo, ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਅਪਾਰ ਮਹਿਮਾ ਕੀਤੀ ਹੈ ਅਕਾਲ ਦੀ, ਨਿਰੰਕਾਰ ਦੀ, ਉਹਦੀ ਮਿਹਰ ਦੀ, ਉਹਦੀ ਕਿਰਪਾ ਦੀ। ਜਿਨ੍ਹਾਂ ਉੱਤੇ ਉਹਦੀ ਕਿਰਪਾ ਹੋ ਗਈ, ਉਹਦੇ ਪਿਆਰੇ ਬਣ ਗਏ, ਉਹਦੇ ਦਲਾਰੇ ਬਣ ਗਏ, ਉਹਨਾਂ ਨੂੰ ਉਹਦਾ ਰੂਪ ਮਿਲ ਗਿਆ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸਮਾਨ ਹੀ ਉਹਨਾਂ ਦੀ ਉਪਾਸਨਾ ਵੀ ਕੀਤੀ, ਉਹਨਾਂ ਨੂੰ ਵੀ ਓਨੇ ਹੀ ਸਲਾਹਿਆ। ਉਹ ਵੀ ਮਿਹਰਾਂ ਦੇ ਦਾਤੇ ਬਣ ਗਏ, ਵੰਡਣ ਵਾਲੇ, ਗੁਣ ਦੇਣ ਵਾਲੇ, ਲੋਕਾਈ ਨੂੰ ਤਾਰਨ ਯੋਗ। ਉਹਨਾਂ ਦਾ ਰੂਪ ਬਦਲ ਗਿਆ। ਸੱਚੇ ਪਾਤਸ਼ਾਹ ਦੀ ਮਹਿਮਾ ਵਾਹਿਗੁਰੂ ਦੀ ਤੇ ਭਗਤਾਂ ਦੀ, ਸੇਵਕਾਂ ਦੀ।
ਨਿੰਦਕਾਂ ਨੂੰ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਥਾਂ ਉੱਤੇ ਰੱਖਿਆ ਹੈ ਜਿੱਥੇ ਉਹ ਰਹਿਣੇ ਚਾਹੀਦੇ ਹਨ। ਜੇ ਗੁਰੂ ਪਿਆਰਿਆਂ ਦੀ ਉਹਨਾਂ ਉੱਤੇ ਵੀ ਕਿਰਪਾ ਹੋ ਜਾਵੇ ਤਾਂ ਉਹ ਤਰ ਸਕਦੇ ਹਨ। ਸੱਚੇ ਪਾਤਸ਼ਾਹ ਨੇ ਅਕਾਲ ਦੀ ਮਹਿਮਾ ਕਿ ਦੁਨੀਆ ਦੇ ਵਿੱਚ ਜੇ ਕੋਈ ਸੱਚ ਹੈ, ਸੱਚਾ ਹੈ, ਤਾਂ ਪ੍ਰਭੂ ਹੀ ਹੈ, ਬਾਕੀ ਸਾਰਾ ਕੁਝ ਝੂਠ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਫਰਮਾਇਆ ਹੈ ਕਿ ਸ੍ਰਿਸ਼ਟੀ ਸਾਰੀ ਦੀ ਸਾਰੀ ਚੱਲਣਹਾਰ ਹੈ। ਜੇ ਦੋਸਤੀ ਕਰਨੀ ਹੈ ਇੱਕ ਨਾਲ ਹੀ ਕਰ, ਇੱਕ ਨੂੰ ਆਪਣਾ ਦਿਲ ਦੇ ਦੇ, ਫਿਰ ਤੈਨੂੰ ਕਿਸੇ ਹੋਰ ਦੀ ਲੋੜ ਵੀ ਨਹੀਂ। ਤੂੰ ਉਹਦਾ ਬਣ ਗਿਆ, ਉਹਨੇ ਤੈਨੂੰ ਆਪਣਾ ਬਣਾ ਲਿਆ, ਹਮੇਸ਼ਾ ਰਹਿਣ ਵਾਲਾ, ਕਦੇ ਪੈਦਾ ਹੀ ਨਹੀਂ ਹੋਇਆ ਤੇ ਨਾ ਉਹਨੇ ਜਾਣਾ ਹੈ ਕਿਤੇ। ਉਹਦੇ ਚਰਨਾਂ ਵੱਲ ਝੁਕ ਕੇ ਡੰਡਵਤ ਪ੍ਰਣਾਮ ਕਰ ਪ੍ਰਾਣੀ। ਜੇ ਤਾਂ ਸੱਤ ਦਾ ਸੌਦਾ ਖਰੀਦਣਾ ਹੈ, ਉਹ ਦਾਤਾ ਬਿਨਾਂ ਪੈਸੇ ਤੋਂ, ਬਿਨਾਂ ਮਾਇਆ ਤੋਂ ਦੇ ਰਿਹਾ ਹੈ। ਲੁੱਟ ਲੈ, ਤੇਰੇ ਨਸੀਬ ਚੰਗੇ ਹਨ। ਸੱਚੇ ਦੀ ਪੂਜਾ ਕਰ ਲੈ ਤੇ ਤੂੰ ਵੀ ਸੱਚਾ ਬਣ ਜਾ। ਸੱਚੇ ਨੂੰ ਦੇਖ ਲੈ ਪ੍ਰਾਣੀ, ਤੇਰੇ ਨੈਣ ਸੱਚ, ਤੂੰ ਸੱਚਾ। ਉਹਨੂੰ ਧਿਆ ਲੈ, ਆਪਣੀ ਰਸਨਾ ਨੂੰ ਪਵਿੱਤਰ ਬਣਾ ਲੈ। ਤੇਰਾ ਆਕਾਰ ਸੱਚ, ਤੇਰੀ ਰਸਨਾ ਸੱਚ, ਸੱਚ ਦਾ ਸੱਚ ਨਾਲ ਮਿਲ ਜਾਵੇਗਾ। ਤੇਰੇ ਉੱਤੇ ਮਿਹਰ ਹੈ ਕਿਉਂਕਿ ਉਹ ਦਿਆਲੂ ਹੈ, ਵੰਡਣ ਵਾਲਾ ਹੈ, ਤੇਰਾ ਤੇਰਾ ਕਰਕੇ ਤੋਲਦਾ ਹੈ, ਪੱਖਪਾਤ ਨਹੀਂ ਕਰਦਾ, ਸਮਾਨ ਐਨਰਜੀ ਦਿੰਦਾ ਹੈ ਸਭ ਕਿਸੇ ਨੂੰ। ਗੁਣਾਂ ਦਾ ਭਰਿਆ ਹੋਇਆ ਗੁਣਕਾਰੀ। ਉਹਦੀ ਧੁਨ, ਉਹਦਾ ਸ਼ਬਦ, ਉਹਦਾ ਨਾਦ ਸੁਣ ਲੈ। ਸੁਣ ਲੈ ਤੇ ਸੁਣ ਕੇ ਉਹਦਾ ਸ਼ੁਕਰਾਨਾ ਕਰ। ਜਦੋਂ ਤੂੰ ਉਹਨੂੰ ਪਿਆਰ ਦੇ ਨਾਲ ਯਾਦ ਕਰੇਗਾ, ਉਚਾਰੇਗਾ, ਤੇਰਾ ਰੂਪ ਵੀ ਸੱਚ ਹੋ ਕੇ ਨਿਬੜੇਗਾ। ਤੇਰੀ ਸੁਰਤ ਉਹਦੇ ਵੱਲ ਜਾਵੇਗੀ, ਉਹਦੀ ਸੁਰਤ ਦੇ ਨਾਲ ਤੇਰੀ ਸੁਰਤ ਮਿਲ ਕੇ ਤੂੰ ਬਹੁਤ ਸੋਹਣਾ ਸਰਵਣ ਕਰਤਾ ਬਣ ਜਾਵੇਗਾ। ਸੁਰਤ ਵੀ ਸੱਚੀ ਤੇ ਤੂੰ ਵੀ ਸੁਣਨ ਵਾਲਾ ਸੱਚਾ। ਅਕਲ ਤੈਨੂੰ ਮਿਲ ਗਈ ਸੱਚ ਦੀ, ਸਾਰੇ ਪਾਸੇ ਸੱਚ ਹੀ ਸੱਚ ਹੈ। ਜੇ ਤੂੰ ਅਕਾਲ ਨੂੰ ਸਮਝ ਲਿਆ ਤਾਂ ਤੇਰੇ ਲਈ ਸਾਰਾ ਕੁਝ ਸੱਚ ਬਣ ਗਿਆ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਨਾਨਕ ਸਤ ਸਤ ਪ੍ਰਭ ਸੋਏ। ਨਾਨਕ ਸੱਚਾ ਹੈ, ਪੂਰਾ ਸੱਚਾ ਹੈ ਮੇਰਾ ਪਿਆਰਾ ਸੁਆਮੀ। ਗੁਰੂ ਪਿਆਰਿਓ, ਅੱਜ ਇੰਨਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।